ਸਾਥੀਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਗਗਨਦੀਪ ਸਿੰਘ। ਮੈਂ ਅੱਜ ਤੁਹਾਡੇ ਸਾਹਮਣੇ ਇੱਕ ਨਵਾਂ ਲੈਸਨ ਲੈ ਕੇ ਪੇਸ਼ ਹੋਇਆ ਹਾਂ ਅਤੇ ਅੱਜ ਦੇ ਸਾਡੇ ਲੈਸਨ ਦਾ ਨਾਮ ਹੈ ਜੀ ਸਾਧਨ, ਕਿਸਮਾਂ ਅਤੇ ਸਾਂਭ ਸੰਭਾਲ। ਸਾਡੇ ਸਾਧਨ ਕਿਹੜੇ ਕਿਹੜੇ ਨੇ, ਸਾਧਨ ਕੀ ਹੁੰਦੇ ਨੇ, ਕਿੰਨੇ ਪ੍ਰਕਾਰ ਦੇ ਹੁੰਦੇ ਨੇ ਅਤੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਰੱਖਦੇ ਨੇ, ਉਹਨਾਂ ਚੀਜ਼ਾਂ ਬਾਰੇ ਅੱਜ ਅਸੀਂ ਇਸ ਲੈਸਨ ਦੇ ਵਿੱਚ ਪੜ੍ਹਾਂਗੇ। ਅਤੇ ਇਹ ਜਿਹੜਾ ਲੈਸਨ ਹੈ, ਜਿਹੜਾ ਟੋਪਿਕ ਹੈ, ਇਹ ਮੇਨਲੀ 8ਵੀਂ ਜਮਾਤ ਦੇ ਬੱਚਿਆਂ ਲਈ ਹੈ। 8ਵੀਂ ਜਮਾਤ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਪਹਿਲਾ ਲੈਸਨ ਹੈ ਜਿਹੜਾ ਸਾਧਨ, ਜੋਗਰਾਫੀ ਪਾਰਟ ਦਾ, ਉਹਦੇ ਵਿੱਚੋਂ ਲਿਆ ਗਿਆ। ਅਤੇ ਇਸ ਤੋਂ ਇਲਾਵਾ ਇਹ 10th ਅਤੇ +1 +2 ਦੇ ਬੱਚਿਆਂ ਦੇ ਲਈ ਵੀ ਬਹੁਤ ਇੰਪੋਰਟੈਂਟ ਟੋਪਿਕ ਹੈ ਅਤੇ ਬੇਸਿਕ ਨੌਲੇਜ ਦੇ ਲਈ ਵੀ ਇਹ ਬਹੁਤ ਵਧੀਆ ਵਿਸ਼ਾ ਹੈ ਕਿ ਸਾਨੂੰ ਸਾਧਨਾਂ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਕਿ ਸਾਧਨ ਕੀ ਹੁੰਦੇ ਨੇ ਅਤੇ ਅਸੀਂ ਸਾਧਨਾਂ ਨੂੰ ਕਿਹੜੀਆਂ ਕਿਹੜੀਆਂ ਕਿਸਮਾਂ ਦੇ ਵਿੱਚ ਵੰਡ ਸਕਦੇ ਹਾਂ। ਤਾਂ ਸ਼ੁਰੂ ਕਰਦੇ ਹਾਂ ਅਸੀਂ ਗੱਲ ਸਾਧਨਾਂ ਦੀ। ਸਾਧਨ ਹੁੰਦੇ ਕੀ ਨੇ? ਜਿਵੇਂ ਸਾਨੂੰ ਪਤਾ ਹੈਗਾ ਕਿ ਮਨੁੱਖ ਹੈ ਜਿਹੜਾ, ਉਸਦੀ ਉਤਪਤੀ ਤੋਂ ਹੀ, ਜਿਵੇਂ ਹੀ ਮਨੁੱਖ ਪੈਦਾ ਹੋਇਆ ਤਾਂ ਉਸ ਦੀਆਂ ਜਿਹੜੀਆਂ ਲੋੜਾਂ ਨੇ ਉਹ ਉਸ ਦੇ ਨਾਲ ਹੀ ਪੈਦਾ ਹੋਈਆਂ ਅਤੇ ਉਹ ਲੋੜਾਂ ਜਿਵੇਂ ਜਿਵੇਂ ਮਨੁੱਖ ਵਿਕਾਸ ਕਰਦਾ ਗਿਆ ਉਹਨਾਂ ਲੋੜਾਂ ਦੇ ਵਿੱਚ ਵੀ ਵਾਧਾ ਹੁੰਦਾ ਗਿਆ। ਹੁਣ ਉਹਨਾਂ ਲੋੜਾਂ ਦੀ ਪੂਰਤੀ ਕਿਵੇਂ ਕੀਤੀ ਜਾਵੇ, ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰੇ, ਇਹਦੇ ਲਈ ਉਸ ਨੂੰ ਕੁਛ ਚੀਜ਼ਾਂ 'ਤੇ ਆਸ਼ਰਿਤ ਹੋਣਾ ਪਿਆ। ਕਈ ਚੀਜ਼ਾਂ ਦੀ ਉਸ ਨੂੰ ਜ਼ਰੂਰਤ ਪਈ ਅਤੇ ਉਹਨਾਂ ਚੀਜ਼ਾਂ ਨੂੰ ਹੀ ਅਸੀਂ ਸਾਧਨ ਕਹਿ ਦਿੰਦੇ ਹਾਂ ਜਾਂ ਉਹਨਾਂ ਵਸਤੂਆਂ ਨੂੰ ਹੀ ਸਾਧਨਾਂ ਦਾ ਨਾਮ ਦਿੱਤਾ ਜਾਂਦਾ ਹੈ। ਜੇ ਅਸੀਂ ਗੱਲ ਕਰ ਦਈਏ ਪ੍ਰਾਚੀਨ ਸਮੇਂ ਦੀ, ਤਾਂ ਪ੍ਰਾਚੀਨ ਸਮੇਂ ਦੇ ਵਿੱਚ ਮਨੁੱਖ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਬਹੁਤ ਘੱਟ ਸੀ ਅਤੇ ਜਿਹੜੇ ਉਸਦੇ ਸਾਧਨ ਸੀਗੇ ਉਹ ਸੀਮਤ ਸੀਗੇ, ਕਿਉਂਕਿ ਮਨੁੱਖ ਦੀਆਂ ਲੋੜਾਂ ਬਹੁਤ ਘੱਟ ਸੀ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਜਿਹੜੇ ਸਾਧਨ ਨੇਗੇ ਉਹਨਾਂ ਦੀ ਵੀ ਘੱਟ ਮਾਤਰਾ ਦੇ ਵਿੱਚ ਜ਼ਰੂਰਤ ਸੀ। ਪਰ ਜਿਵੇਂ ਜਿਵੇਂ ਮਨੁੱਖ ਦਾ ਜਿਹੜਾ ਵਿਕਾਸ ਹੁੰਦਾ ਗਿਆ, ਉਹ ਆਪਣਾ ਵਿਕਾਸ ਕਰਦਾ ਗਿਆ, ਤਾਂ ਉਸਦੇ ਵਿਕਾਸ ਦੇ ਨਾਲ ਨਾਲ ਉਸ ਦੀਆਂ ਲੋੜਾਂ ਵਿੱਚ ਵੀ ਵਾਧਾ ਹੁੰਦਾ ਗਿਆ, ਜਿਸ ਕਾਰਨ ਉਸ ਨੂੰ ਹੋਰ ਬਹੁਤ ਸਾਰੇ ਸਾਧਨਾਂ 'ਤੇ ਨਿਰਭਰ ਹੋਣਾ ਪਿਆ। ਤਾਂ ਮਨੁੱਖ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਵਸਤੂਆਂ ਨੂੰ ਇਸਤੇਮਾਲ ਕੀਤਾ ਜਾਂ ਜਿਹੜੀਆਂ ਵੀ ਵਸਤੂਆਂ ਨੂੰ ਇਸਤੇਮਾਲ ਕਰਕੇ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਕਰਦਾ ਹੈਗਾ, ਉਹਨਾਂ ਨੂੰ ਹੀ ਅਸੀਂ ਸਾਧਨ ਕਹਿ ਦਿੰਦੇ ਹਾਂ। ਜੇ ਮੇਨਲੀ ਦੇਖਿਆ ਜਾਵੇ ਤਾਂ ਸਾਧਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਕੁਦਰਤੀ ਅਤੇ ਗੈਰ ਕੁਦਰਤੀ। ਸਾਧਨ ਦੋ ਪ੍ਰਕਾਰ ਦੇ ਹੁੰਦੇ ਨੇ, ਕੁਦਰਤੀ ਅਤੇ ਗੈਰ ਕੁਦਰਤੀ। ਕੁਦਰਤੀ ਸਾਧਨ ਉਹ ਹੁੰਦੇ ਨੇ ਜੋ ਸਾਨੂੰ ਕੁਦਰਤ ਦੁਆਰਾ ਪ੍ਰਦਾਨ ਕੀਤੇ ਜਾਂਦੇ ਨੇ, ਇਹਦੇ ਵਿੱਚ ਮਨੁੱਖ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਯੋਗਦਾਨ ਨਹੀਂ ਹੁੰਦਾ। ਅਤੇ ਗੈਰ ਕੁਦਰਤੀ ਸਾਧਨ ਉਹ ਸਾਧਨ ਹੁੰਦੇ ਨੇ ਜੋ ਸਾਨੂੰ ਕੁਦਰਤ ਦੁਆਰਾ ਸਿੱਧੇ ਤੌਰ 'ਤੇ ਪ੍ਰਦਾਨ ਨਹੀਂ ਕੀਤੇ ਜਾਂਦੇ, ਇਹਨਾਂ ਨੂੰ ਬਣਾਉਣ ਦੇ ਵਿੱਚ ਮਨੁੱਖ ਦਾ ਕਾਫੀ ਹੱਦ ਤੱਕ ਹੱਥ ਹੁੰਦਾ ਹੈ। ਅਤੇ ਜਿਹੜਾ ਵਿਕਾਸ ਹੈ ਸਾਰੇ ਸਾਧਨਾਂ ਦਾ, ਜੇ ਅਸੀਂ ਉਸ ਦੀ ਗੱਲ ਕਰੀਏ ਤਾਂ ਸਾਰੇ ਸਾਧਨ ਵਿਕਸਿਤ ਕਿਵੇਂ ਹੁੰਦੇ ਨੇ, ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਰੇ ਸਾਧਨਾਂ ਦਾ ਵਿਕਾਸ ਹੈ ਜਿਹੜਾ ਉਹ ਮਨੁੱਖੀ ਸਾਧਨ ਦੇ ਵਿਕਾਸ 'ਤੇ ਹੀ ਨਿਰਭਰ ਕਰਦਾ ਹੈ। ਜਿੰਨਾ ਮਨੁੱਖ ਵਿਕਸਿਤ ਹੋਵੇਗਾ ਓਨਾ ਹੀ ਉਹ ਆਪਣੇ ਆਲੇ ਦੁਆਲੇ ਦੇ ਸਾਧਨਾਂ ਨੂੰ ਵਿਕਸਿਤ ਕਰ ਪਾਏਗਾ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਸਾਧਨਾਂ ਦੀਆਂ ਕਿਸਮਾਂ ਬਾਰੇ। ਜਿਵੇਂ ਕਿ ਅਸੀਂ ਮੋਟੇ ਤੌਰ 'ਤੇ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਸਾਧਨ ਦੋ ਪ੍ਰਕਾਰ ਦੇ ਹੁੰਦੇ ਨੇ, ਕੁਦਰਤੀ ਅਤੇ ਗੈਰ ਕੁਦਰਤੀ। ਅਤੇ ਇਸ ਤੋਂ ਇਲਾਵਾ ਸਾਧਨਾਂ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਜਾਂਦਾ, ਜਿਸ ਦੀ ਅਸੀਂ ਹੁਣ ਗੱਲ ਕਰਾਂਗੇ। ਠੀਕ ਹੈ ਜੀ, ਪੜ੍ਹਦੇ ਹਾਂ ਅਸੀਂ ਅੱਗੇ। ਤਾਂ ਸਭ ਤੋਂ ਪਹਿਲੀ ਕੈਟਾਗਰੀ ਹੈ ਜਿਹੜੀ ਸਾਧਨ ਦੀ, ਉਹ ਹੈ ਜੀਵ ਅਤੇ ਨਿਰਜੀਵ ਸਾਧਨ, ਬਾਇਓਟਿਕ ਐਂਡ ਅਬਾਇਓਟਿਕ ਰਿਸੋਰਸਿਸ। ਜੀਵ ਅਤੇ ਨਿਰਜੀਵ ਸਾਧਨ ਕੀ ਹੁੰਦੇ ਨੇਗੇ? ਜੀ ਸਾਧਨ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਹੈ ਜਾਂ ਜਾਨ ਨਹੀਂ ਹੁੰਦੀ। ਮੰਨ ਲਓ ਇਹ ਕਹਿ ਲਓ ਕਿ ਜਿਹੜੇ ਸਾਧਨ ਜਾਨਦਾਰ ਵਸਤੂਆਂ ਤੋਂ ਉਤਪੰਨ ਹੁੰਦੇ ਨੇ ਉਹਨੂੰ ਅਸੀਂ ਜੀਵ ਸਾਧਨ ਕਹਿ ਦਿੰਦੇ ਹਾਂ। ਅਤੇ ਜਿਹੜੇ ਸੰਸਾਰ ਦੇ 85% ਭੋਜਨ ਪਦਾਰਥ ਨੇ ਉਹ ਇਹਨਾਂ ਵਸਤਾਂ 'ਤੇ ਨਿਰਭਰ ਕਰਦੇ ਨੇ, ਮਤਲਬ ਕਿ ਉਹ ਜੀਵ ਸਾਧਨਾਂ 'ਤੇ ਹੀ ਨਿਰਭਰ ਕਰਦੇ ਨੇ। ਇਹਦੇ ਵਿੱਚ ਮੇਨਲੀ ਅਸੀਂ ਪਲਾਂਟਸ ਅਤੇ ਐਨੀਮਲਸ ਨੂੰ ਕਾਊਂਟ ਕਰਦੇ ਹਾਂ ਜੀ, ਪੌਦੇ ਅਤੇ ਜੀਵ ਜੰਤੂ ਇਹਦੇ ਵਿੱਚ ਆ ਜਾਂਦੇ ਨੇ ਕਿਉਂਕਿ ਜਾਨਦਾਰ ਵਸਤੂਆਂ ਨੇਗੀਆਂ। ਅਤੇ ਇਸ ਤੋਂ ਇਲਾਵਾ ਕੋਲਾ ਅਤੇ ਤੇਲ ਪਦਾਰਥ ਵੀ ਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਹੀ ਸ਼ਾਮਿਲ ਕੀਤੇ ਜਾਂਦੇ ਨੇ। ਕਿਉਂ ਕੀਤੇ ਜਾਂਦੇ ਨੇ? ਕਿਉਂਕਿ ਇਹਨਾਂ ਦਾ ਜਿਹੜਾ ਨਿਰਮਾਣ ਹੈ, ਅਸੀਂ ਪਹਿਲੇ ਲੈਸਨ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਉਹ ਪੌਦਿਆਂ ਅਤੇ ਜੀਵਾਂ ਤੋਂ ਹੀ ਹੋਇਆ ਹੈਗਾ। ਅਤੇ ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਣੀ, ਇਹ ਸਾਰੇ ਜਿਹੜੇ ਸਾਧਨ ਨੇ ਉਹਨਾਂ ਨੂੰ ਅਸੀਂ ਨਿਰਜੀਵ ਸਾਧਨ ਕਹਿ ਦਿੰਦੇ ਹਾਂ। ਅਤੇ ਇੱਕ ਪਿਕਚਰ ਦੇ ਰਾਹੀਂ ਇਹਨੂੰ ਸਮਝਾਂਗੇ ਕਿ ਐਗਜ਼ਾਮਪਲਸ ਦੇਖਾਂਗੇ ਅਸੀਂ ਬਾਇਓਟਿਕ ਜੀਵ ਅਤੇ ਅਬਾਇਓਟਿਕ ਨਿਰਜੀਵ ਸਾਧਨ ਕਿਹੜੇ ਨੇਗੇ।
ਲਿਵਿੰਗ ਥਿੰਗਸ, ਜੀਵ ਸਾਧਨਾਂ ਦੇ ਵਿੱਚ ਜੀਵਤ ਚੀਜ਼ਾਂ, ਪਲਾਂਟਸ ਆ ਗਿਆ, ਦੇਖੋ ਜੀ ਫੰਗਸ, ਬੈਕਟੀਰੀਆ, ਐਨੀਮਲਸ। ਨੋਨ ਲਿਵਿੰਗ ਥਿੰਗਸ ਦੇ ਵਿੱਚ ਵਾਟਰ, ਸੋਇਲ, ਲਾਈਟ, ਮਿਨਰਲਸ ਅਤੇ ਏਅਰ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਤਾਂ ਅਸੀਂ ਦੂਸਰੇ ਨੰਬਰ 'ਤੇ ਗੱਲ ਕਰਦੇ ਹਾਂ ਜੀ ਦੂਸਰੀ ਕੈਟਾਗਰੀ ਦੀ। ਤਾਂ ਸਾਧਨਾਂ ਦੀ ਦੂਸਰੀ ਕੈਟਾਗਰੀ ਹੈ ਜੀ ਵਿਕਸਿਤ ਅਤੇ ਸੰਭਾਵਿਤ ਸਾਧਨ, ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸਿਸ। ਵਿਕਸਿਤ ਅਤੇ ਸੰਭਾਵਿਤ ਕੀ ਹੁੰਦੇ ਨੇ? ਤਾਂ ਸਭ ਤੋਂ ਪਹਿਲਾਂ ਵਿਕਸਿਤ ਦੀ ਗੱਲ ਕਰਾਂਗੇ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਇਹ ਤੋਂ ਭਾਵ ਹੈ ਕਿ ਜਿਸ ਸਾਧਨ ਨੂੰ ਅਸੀਂ ਕਿਸੇ ਵੀ ਲਾਭ ਦੇ ਲਈ, ਆਪਣੀ ਕੋਈ ਵੀ ਜ਼ਰੂਰਤ ਪੂਰਾ ਕਰਨ ਦੇ ਲਈ ਵਰਤ ਲੈਂਦੇ ਹਾਂ, ਉਸ ਨੂੰ ਅਸੀਂ ਵਿਕਸਿਤ ਸਾਧਨ ਕਹਿੰਦੇ ਹਾਂ। ਜਿਵੇਂ ਕੋਲ ਹੈ, ਕੋਲਾ ਸਾਡੇ ਕੋਲ ਹੈਗਾ, ਉਸ ਤੋਂ ਅਸੀਂ ਕੀ ਕੀਤਾ, ਬਿਜਲੀ ਤਿਆਰ ਕਰ ਲਈ, ਤਾਂ ਉਹ ਇੱਕ ਵਿਕਸਿਤ ਸਾਧਨ ਹੈਗਾ। ਪਾਣੀ ਹੈ, ਸਾਡੇ ਕੋਲ ਇੱਕ ਨਦੀ ਵਹਿ ਰਹੀ ਹੈ, ਅਸੀਂ ਨਦੀ 'ਤੇ ਇੱਕ ਡੈਮ ਬਣਾ ਕੇ ਉਸ ਤੋਂ ਬਿਜਲੀ ਤਿਆਰ ਕਰ ਲਈ, ਤਾਂ ਉਹ ਕੀ ਹੋ ਗਿਆ, ਸਾਡੇ ਲਈ ਇੱਕ ਵਿਕਸਿਤ ਸਾਧਨ ਬਣ ਗਿਆ। ਤਾਂ ਸੰਭਾਵਿਤ ਸਾਧਨ ਕੀ ਆ? ਸੰਭਾਵਿਤ ਸਾਧਨ ਉਹ ਸਾਧਨ ਨੇ ਜਿਹੜੇ ਸਾਡੇ ਕੋਲ ਮੌਜੂਦ ਤਾਂ ਹੈਗੇ ਨੇ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੋ ਰਹੀ। ਇਹੋ ਜਿਹੇ ਸਾਧਨਾਂ ਨੂੰ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ। ਜਿਵੇਂ ਪਹਾੜਾਂ ਤੋਂ ਉਤਰਦੀਆਂ ਨਦੀਆਂ, ਜਦੋਂ ਇੱਕ ਨਦੀ ਪਹਾੜ ਤੋਂ ਉਤਰਦੀ ਹੈ, ਚੱਲ ਰਹੀ ਹੈ, ਤਾਂ ਉਹ ਸਾਡੇ ਲਈ ਸੰਭਾਵਿਤ ਸਾਧਨ ਹੈ ਜਦੋਂ ਤੱਕ ਅਸੀਂ ਉਸ ਦਾ ਕੋਈ ਉਪਯੋਗ ਨਹੀਂ ਕਰ ਰਹੇ। ਪਰ ਜਦੋਂ ਅਸੀਂ ਉਸਦੇ ਪਾਣੀ ਦੇ ਡੈਮ ਬਣਾ ਕੇ ਉਸ ਤੋਂ ਬਿਜਲੀ ਤਿਆਰ ਕਰ ਲੈਂਦੇ ਹਾਂ ਤਾਂ ਉਹ ਇੱਕ ਵਿਕਸਿਤ ਸਾਧਨ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਤਾਂ ਅੱਗੇ ਅਸੀਂ ਗੱਲ ਕਰਾਂਗੇ ਤੀਸਰੀ ਕੈਟਾਗਰੀ ਹੈ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨਾਂ ਦੀ। ਇਸ ਨੂੰ ਅਸੀਂ ਰੈਨਿਊਏਬਲ ਅਤੇ ਨਾਨ ਰੈਨਿਊਏਬਲ ਰਿਸੋਰਸਿਸ ਵੀ ਕਹਿ ਦਿੰਦੇ ਹਾਂ। ਤਾਂ ਰੈਨਿਊਏਬਲ ਰਿਸੋਰਸਿਸ ਦੇ ਵਿੱਚ ਐਗਜ਼ਾਮਪਲ ਸਭ ਤੋਂ ਪਹਿਲਾਂ ਅਸੀਂ ਦੇਖ ਲਾਂਗੇ, ਜਿਵੇਂ ਕਿ ਸੋਲਰ ਐਨਰਜੀ ਹੈਗੀ, ਉਸ ਤੋਂ ਬਾਅਦ ਜੀਓਥਰਮਲ ਐਨਰਜੀ ਹੈ, ਵਿੰਡ ਐਨਰਜੀ ਹੈ, ਬਾਇਓਮਾਸ ਐਨਰਜੀ ਹੈ, ਹਾਈਡਰੋ ਪਾਵਰ ਐਨਰਜੀ ਹੈ। ਅਤੇ ਨਾਨ ਰੈਨਿਊਏਬਲ ਦੇ ਵਿੱਚ ਫੋਸਲ ਫਿਊਲ ਆਇਲ, ਨਿਊਕਲੀਅਰ ਐਨਰਜੀ, ਨੈਚੁਰਲ ਗੈਸ, ਕੋਲ, ਇਹ ਸਾਰੇ ਨੇ। ਇਹਨਾਂ ਨੂੰ ਬਾਅਦ ਦੇ ਵਿੱਚ ਇੱਕ ਫਿਰ ਐਕਸਪਲੇਨ ਕਰਾਂਗੇ, ਪਹਿਲਾਂ ਅਸੀਂ ਇਹਨਾਂ ਦੀ ਡੈਫੀਨੇਸ਼ਨ ਦੀ ਗੱਲ ਕਰਦੇ ਹਾਂ। ਤਾਂ ਮੁੱਕਣਯੋਗ ਸਾਧਨ ਜਾਂ ਰੈਨਿਊਏਬਲ ਰਿਸੋਰਸਿਸ ਨਾਨ ਰੈਨਿਊਏਬਲ ਰਿਸੋਰਸਿਸ ਉਹ ਸਾਧਨ ਹੁੰਦੇ ਨੇ ਜਿਨ੍ਹਾਂ ਦੀ ਅਸੀਂ ਜੇ ਲਗਾਤਾਰ ਅਤੇ ਜ਼ਿਆਦਾ ਵਰਤੋਂ ਕਰਾਂਗੇ ਤਾਂ ਇੱਕ ਸੀਮਾ ਤੋਂ ਬਾਅਦ ਇਹ ਖਤਮ ਹੋ ਜਾਣਗੇ, ਇਹ ਸਾਡੇ ਕੋਲ ਨਹੀਂ ਬਚਣਗੇ। ਜਿਵੇਂ ਕਿ ਕੋਲ ਹੋ ਗਿਆ, ਜੇ ਅਸੀਂ ਕੋਲ ਸਾਡੇ ਕੋਲ ਜਿੰਨਾ ਮੌਜੂਦ ਆ ਉਸ ਨੂੰ ਜਲਦੀ ਵਰਤਦੇ ਜਾਵਾਂਗੇ ਤਾਂ ਇੱਕ ਦਿਨ ਐਸਾ ਆਏਗਾ ਕਿ ਸਾਰਾ ਕੋਲ ਹੈ ਜਿਹੜਾ ਉਹ ਸਾਡੇ ਕੋਲੋਂ ਖਤਮ ਹੋ ਜਾਵੇਗਾ। ਤਾਂ ਜਿਹੜੇ ਨਾ ਮੁੱਕਣਯੋਗ ਰੈਨਿਊਏਬਲ ਰਿਸੋਰਸਿਸ ਨੇ ਉਹ ਸਾਧਨ ਨੇ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਅਸੀਂ ਵਰਤੋਂ ਜਿੰਨੀ ਕਰੀ ਜਾਂਦੇ ਹਾਂ ਉਹ ਨਾਲ ਦੀ ਨਾਲ ਰੈਨਿਊ ਹੁੰਦੇ ਰਹਿੰਦੇ ਨੇ, ਕਿ ਨਵਿਆਏ ਜਾਂਦੇ ਨੇ, ਉਹ ਕਦੇ ਵੀ ਖਤਮ ਨਹੀਂ ਹੁੰਦੇ। ਉਹਨਾਂ ਨੂੰ ਅਸੀਂ ਨਾ ਮੁੱਕਣਯੋਗ ਜਾਂ ਰੈਨਿਊਏਬਲ ਰਿਸੋਰਸਿਸ ਕਹਿ ਦਿੰਦੇ ਹਾਂ। ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਹਾਈਡਰੋ ਪਾਵਰ ਐਨਰਜੀ ਹੈ, ਇਹ ਰੈਨਿਊਏਬਲ ਰਿਸੋਰਸਿਸ ਹੈ, ਨਾ ਮੁੱਕਣਯੋਗ ਸਾਧਨ ਹੈ, ਕਿਉਂਕਿ ਅਸੀਂ ਪਾਣੀ ਤੋਂ ਕਿੰਨੀ ਮਰਜ਼ੀ ਅਸੀਂ ਐਨਰਜੀ ਬਣਾ ਸਕਦੇ ਹਾਂ, ਪਾਣੀ ਕਦੇ ਵੀ ਖਤਮ ਨਹੀਂ ਹੁੰਦਾ। ਇਸ ਤਰ੍ਹਾਂ ਸੂਰਜ ਤੋਂ, ਹਵਾ ਤੋਂ ਕਿੰਨੀ ਮਰਜ਼ੀ ਅਸੀਂ ਊਰਜਾ ਉਤਪੰਨ ਕਰ ਸਕਦੇ ਹਾਂ, ਇਹ ਸਾਧਨ ਕਦੇ ਵੀ ਖਤਮ ਨਹੀਂ ਹੋਣਗੇ। ਇਸ ਤੋਂ ਉਲਟ ਜਿਵੇਂ ਕਿ ਫੋਸਲ ਫਿਊਲ ਆਇਲ ਹੈ, ਜੈਵਿਕ ਤੇਲ ਹੈ, ਨਿਊਕਲੀਅਰ ਐਨਰਜੀ ਹੈ, ਨੈਚੁਰਲ ਗੈਸ ਹੈ, ਕੋਲ ਹੈ, ਇਹ ਇਸ ਤਰ੍ਹਾਂ ਦੇ ਸਾਧਨ ਨੇ ਜਿਨ੍ਹਾਂ ਨੂੰ ਇੱਕ ਸੀਮਾ ਤੋਂ ਬਾਅਦ ਵਰਤਣ ਤੋਂ ਬਾਅਦ ਇਹ ਖਤਮ ਹੋ ਜਾਣਗੇ। ਤਾਂ ਇਹ ਤਾਂ ਸੀ ਜੀ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਉਸ ਤੋਂ ਬਾਅਦ ਅਸੀਂ ਨੈਕਸਟ ਕੈਟਾਗਰੀ ਦੀ ਗੱਲ ਕਰਦੇ ਹਾਂ, ਮਿੱਟੀ ਅਤੇ ਭੂਮੀ ਸਾਧਨ, ਸੋਇਲ ਐਂਡ ਲੈਂਡ ਰਿਸੋਰਸਿਸ। ਤਾਂ ਮਿੱਟੀ ਦੀ ਤਾਂ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਜਿਹੜਾ ਧਰਾਤਲ ਹੈ ਉਸਦੀ ਉੱਪਰਲੀ ਪਰਤ ਜਿਹੜੀ ਪਤਲੀ ਹੈ, ਬਹੁਤ ਪਤਲੀ ਹੈ, ਉਸ ਨੂੰ ਮਿੱਟੀ ਕਿਹਾ ਜਾਂਦਾ ਹੈਗਾ। ਇਹ ਮੂਲ ਚਟਾਨਾਂ ਦੇ ਟੁੱਟਣ ਭੱਜਣ ਕਾਰਨ ਬਣਦੀ ਹੈਗੀ ਅਤੇ ਇਸ ਦੇ ਬਣਨ ਦੇ ਵਿੱਚ ਜਲਵਾਯੂ ਦਾ, ਜੀਵਾਂ ਦਾ, ਰੁੱਖਾਂ ਦਾ ਅਤੇ ਬੂਟਿਆਂ ਦਾ ਵੀ ਕਾਫੀ ਸਾਰਾ ਯੋਗਦਾਨ ਹੁੰਦਾ ਹੈਗਾ। ਕਿਉਂਕਿ ਜਿਹੜੇ ਕਿ ਜੀਵ ਜੰਤੂ ਨੇ ਜਲਵਾਯੂ ਦੇ ਰਿਲੇਸ਼ਨ ਦੇ ਵਿੱਚ ਆ ਕੇ, ਉਹਦੇ ਪ੍ਰਭਾਵ ਦੇ ਹੇਠ ਆ ਕੇ ਜਿਹੜੀ ਬਨਸਪਤੀ ਆ ਉਹ ਗਲ ਸੜ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਸਾਡੇ ਲਈ ਮਿੱਟੀ ਦਾ ਰੂਪ ਬਣ ਜਾਂਦੀ ਹੈ। ਤਾਂ ਉਸ ਤੋਂ ਮਿੱਟੀ ਤੋਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਸਾਡੇ ਉਪਯੋਗ ਅਸੀਂ ਮਿੱਟੀ 'ਤੇ ਕਰਦੇ ਹੈਗੇ, ਬਹੁਤ ਸਾਰਾ, ਜਿਵੇਂ ਕਿ ਅਸੀਂ ਖੇਤੀ ਕਰਦੇ ਹਾਂ ਮਿੱਟੀ ਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਦੀ ਮਿੱਟੀ ਹੋਊਗੀ ਉਸ ਤਰ੍ਹਾਂ ਦੀਆਂ ਅਸੀਂ ਫਸਲਾਂ ਪੈਦਾ ਕਰ ਸਕਦੇ ਹਾਂ। ਕਿਉਂਕਿ ਫਸਲਾਂ ਨੇ ਜਿਹੜੀਆਂ ਉਹ ਅਲੱਗ-ਅਲੱਗ ਮਿੱਟੀਆਂ 'ਤੇ ਨਿਰਭਰ ਕਰਦੀਆਂ ਨੇ। ਜੇ ਅਸੀਂ ਕਪਾਹ ਦੀ ਫਸਲ ਪੈਦਾ ਕਰ ਲਈਏ ਮੰਨ ਲਓ, ਤਾਂ ਉਹਦੇ ਲਈ ਸਾਨੂੰ ਕਾਲੀ ਮਿੱਟੀ ਦੀ ਜ਼ਰੂਰਤ ਪੈਂਦੀ ਹੈ। ਤਾਂ ਜਿੱਥੇ ਕਾਲੀ ਮਿੱਟੀ ਪਾਈ ਜਾਂਦੀ ਹੈ ਉੱਥੇ ਅਸੀਂ ਕਪਾਹ ਦੀ ਫਸਲ ਵਧੀਆ ਪੈਦਾ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇ ਅਸੀਂ ਕਣਕ ਚਾਵਲ ਪੈਦਾ ਕਰਨਾ ਜਾਂ ਕਣਕ ਪੈਦਾ ਕਰਨੀ ਹੈ ਤਾਂ ਸਾਨੂੰ ਜਲੋੜ੍ਹ ਮਿੱਟੀ ਦੀ ਲੋੜ ਪੈਂਦੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਦਾਲਾਂ ਲਈ ਅਲੱਗ ਪ੍ਰਕਾਰ ਦੀ ਮਿੱਟੀ ਹੈ। ਜੇ ਅਸੀਂ ਚਾਹ ਪੈਦਾ ਕਰਨੀ ਹੈ ਤਾਂ ਉਸ ਦੇ ਲਈ ਅਲੱਗ ਪ੍ਰਕਾਰ ਦੀ ਮਿੱਟੀ ਦੀ ਜ਼ਰੂਰਤ ਪੈਂਦੀ ਹੈ। ਤਾਂ ਹਰੇਕ ਮਿੱਟੀ ਦਾ ਇੱਕ ਆਪਣਾ ਰੋਲ ਹੈ, ਉਹ ਜਿਹੜਾ ਪਲੇ ਕਰਦੀ ਹੈ। ਤਾਂ
ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਭੂਮੀ ਦੀ, ਜ਼ਮੀਨ ਦੀ। ਜ਼ਮੀਨ ਧਰਤੀ ਦਾ ਇੱਕ ਟੁਕੜਾ ਜਿਸ ਨੂੰ ਕਿਹਾ ਜਾਂਦਾ ਜ਼ਮੀਨ, ਇਹ ਸਾਡੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਕਿਉਂਕਿ ਅਸੀਂ ਆਪਣੀਆਂ ਆਰਥਿਕ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਜ਼ਮੀਨ ਦੇ ਉੱਪਰ ਕਰਦੇ ਹੈਗੇ, ਭੂਮੀ ਦੇ ਉੱਪਰ ਕਰਦੇ ਹੈਗੇ। ਜਿਵੇਂ ਕਿ ਅਸੀਂ ਕੀ ਕਰਦੇ ਹਾਂ, ਕੋਈ ਘਰ ਬਣਾ ਲਿਆ, ਕੋਈ ਸਕੂਲ ਬਣਾ ਲਿਆ, ਕੋਈ ਹਸਪਤਾਲ ਬਣਾ ਲਿਆ, ਕੋਈ ਫੈਕਟਰੀ ਬਣਾ ਲਈ, ਇਹ ਸਾਰੀਆਂ ਜ਼ਮੀਨ ਦੇ ਉੱਪਰ ਹੀ ਬਣਾਈਆਂ ਜਾਂਦੀਆਂ ਨੇ। ਹਰੇਕ ਬੰਦੇ ਦੇ ਲਈ ਜ਼ਮੀਨ ਦਾ ਅਲੱਗ-ਅਲੱਗ ਰੋਲ ਹੈਗਾ, ਅਲੱਗ-ਅਲੱਗ ਤੌਰ 'ਤੇ ਮਹੱਤਤਾ ਰੱਖਦੀ ਹੈ ਹਰੇਕ ਬੰਦੇ ਦੇ ਲਈ ਜਿਹੜੀ ਜ਼ਮੀਨ ਹੈਗੀ। ਅਤੇ ਭੂਮੀ ਦੀ ਵਰਤੋਂ ਹੈ ਜਿਹੜੀ, ਉਹ ਕਈ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਮਤਲਬ ਜਿਵੇਂ ਕਿ ਧਰਾਤਲ ਕਿਹੋ ਜਿਹਾ, ਉੱਚਾ ਨੀਵਾਂ ਹੈਗਾ ਜਾਂ ਪੱਧਰਾ ਹੈਗਾ, ਢਲਾਣ ਵਾਲਾ ਹੈਗਾ, ਮਿੱਟੀ ਉੱਥੇ ਕਿਸ ਤਰ੍ਹਾਂ ਦੀ ਪਾਈ ਜਾਂਦੀ ਹੈ, ਉੱਥੇ ਪਾਣੀ ਦਾ ਨਿਕਾਸ ਹੈਗਾ ਜਾਂ ਨਹੀਂ ਹੈਗਾ, ਜਾਂ ਉੱਥੇ ਦੇ ਜਿਹੜੇ ਰਹਿਣ ਵਾਲੇ ਲੋਕ ਨੇ, ਮਨੁੱਖ ਨੇ, ਉਹਨਾਂ ਦੀਆਂ ਲੋੜਾਂ ਕਿਸ ਪ੍ਰਕਾਰ ਦੀਆਂ ਨੇ। ਇਹਨਾਂ ਚੀਜ਼ਾਂ ਜਿਹੜੀ 'ਤੇ ਡਿਪੈਂਡ ਕਰਦੀ ਹੈ ਭੂਮੀ ਦੀ ਵਰਤੋਂ। ਜੇ ਜ਼ਿਆਦਾਤਰ ਲੋਕ ਕਿਸਾਨ ਹੋਣਗੇ, ਧਰਾਤਲ ਵਧੀਆ ਹੋਊਗਾ, ਪੱਧਰਾ ਹੋਊਗਾ, ਮਿੱਟੀ ਦੀ ਜਿਹੜੀ ਭੂਮੀ ਦੀ ਢਲਾਣ ਹੈ ਘੱਟ ਹੋਊਗੀ, ਪਾਣੀ ਦਾ ਨਿਕਾਸ ਵਧੀਆ ਹੋਊਗਾ, ਉੱਥੇ ਖੇਤੀ ਕੀਤੀ ਜਾਊਗੀ। ਜੇ ਭੂਮੀ ਹੈ ਜਿਹੜੀ ਜ਼ਿਆਦਾ ਉਪਜਾਊ ਨਹੀਂ ਹੋਏਗੀ ਤਾਂ ਉੱਥੇ ਫੈਕਟਰੀਆਂ ਵਗੈਰਾ ਵੀ ਲਗਾਈਆਂ ਜਾ ਸਕਦੀਆਂ ਨੇਗੀਆਂ, ਠੀਕ ਹੈ ਜੀ। ਜੇ ਕੋਈ ਰਤੀਲਾ ਧਰਾਤਲ ਹੋਏਗਾ ਤਾਂ ਉਹ ਬੰਜਰ ਜਾਂ ਖੁੱਲ੍ਹਾ ਵੀ ਰਹਿ ਸਕਦਾ ਹੈਗਾ, ਉਸਦੀ ਕੋਈ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੀ ਅਸੀਂ ਆਪਣੀ ਅਗਲੀ ਕੈਟਾਗਰੀ ਦੀ, ਸਮੁੰਦਰੀ ਅਤੇ ਖਣਿਜ ਸਾਧਨ, ਓਸ਼ਨਿਕ ਐਂਡ ਮਿਨਰਲ ਰਿਸੋਰਸਿਸ। ਤਾਂ ਸਭ ਤੋਂ ਪਹਿਲਾਂ ਸਮੁੰਦਰੀ ਸਾਧਨਾਂ ਦੀ ਅਸੀਂ ਗੱਲ ਕਰਾਂਗੇ। ਪਾਣੀ ਅਸੀਂ ਗੱਲ ਕਰਦੇ ਹਾਂ ਜੀ, ਪਾਣੀ ਦੀ ਜਿਹੜਾ ਸਮੁੰਦਰਾਂ ਦੇ ਵਿੱਚ ਬਹੁਤ 71% ਜਿਹੜਾ ਪਾਣੀ ਆ ਸਾਡੀ ਧਰਤੀ 'ਤੇ ਪਾਇਆ ਜਾਂਦਾ ਹੈਗਾ। ਉਸ ਤੋਂ 29% ਜਿਹੜੀ ਸਾਡੀ ਧਰਤੀ 'ਤੇ ਜ਼ਮੀਨ ਹੈ, ਤਾਂ ਪਾਣੀ ਦਾ ਜਿਹੜਾ ਪਰਸੈਂਟੇਜ ਆ ਉਹ ਜ਼ਿਆਦਾ ਹੈਗੀ। ਪਾਣੀ ਸਾਡੇ ਵਾਸਤੇ ਮੁੱਢਲੀ ਸਾਡੀ ਲੋੜ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪਾਣੀ ਮਨੁੱਖ ਵਾਸਤੇ ਮੁੱਢਲਾ ਸਾਧਨ ਹੈ, ਅਤੇ ਧਰਤੀ ਦਾ ਲਗਭਗ 71% ਜਿਹੜਾ ਹਿੱਸਾ ਉਹ ਪਾਣੀ ਨੇ ਘੇਰਿਆ ਹੋਇਆ ਹੈ। ਅਤੇ ਸਮੁੰਦਰ ਨੇ ਜਿਹੜੇ ਉਹ ਵੱਡੇ ਸਾਧਨ ਨੇ ਪਾਣੀ ਦੇ, ਠੀਕ ਹੈ ਜੀ। ਸਮੁੰਦਰਾਂ ਦੇ ਵਿੱਚ ਵੱਡੀ ਮਾਤਰਾ ਵਿੱਚ ਜੈਵਿਕ ਖਣਿਜ ਅਤੇ ਸ਼ਕਤੀ ਸਾਧਨ ਨੇ ਜਿਹੜੇ ਉਹ ਪਾਏ ਜਾਂਦੇ ਨੇਗੇ। ਧਰਤੀ ਦੇ 75% ਜੀਵ ਨੇ ਜਿਹੜੇ ਉਹ ਸਮੁੰਦਰਾਂ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਸਮੁੰਦਰਾਂ ਤੋਂ ਅਸੀਂ ਕਈ ਪ੍ਰਕਾਰ ਦੀਆਂ ਚੀਜ਼ਾਂ ਪ੍ਰਾਪਤ ਕਰਦੇ ਹਾਂ, ਮੱਛੀਆਂ, ਘੋਗੇ, ਸਿੱਪੀਆਂ, ਠੀਕ ਹੈ ਜੀ, ਹੀਰੇ ਜਵਾਹਰਾਤ, ਇਹ ਚੀਜ਼ਾਂ ਅਸੀਂ ਪੈਦਾ ਕਰਦੇ ਹਾਂ। ਇਸ ਤੋਂ ਇਲਾਵਾ ਸਮੁੰਦਰ ਦੇ ਪਾਣੀ ਤੋਂ ਐਨਰਜੀ ਵੀ ਤਿਆਰ ਕੀਤੀ ਜਾਂਦੀ ਹੈਗੀ, ਊਰਜਾ ਤਿਆਰ ਕੀਤੀ ਜਾਂਦੀ ਹੈਗੀ। ਬਹੁਤ ਸਾਰੇ ਜਿਹੜੇ ਮੈਟਲ ਨੇ ਉਹ ਸਮੁੰਦਰਾਂ ਦੇ ਵਿੱਚੋਂ ਕੱਢੇ ਜਾਂਦੇ ਨੇਗੇ। ਅਤੇ ਸਮੁੰਦਰਾਂ ਦੇ ਵਿੱਚੋਂ ਹੋਰ ਵੀ ਜਿਹੜੇ ਮਛੇਰੇ ਨੇ ਉਹਨਾਂ ਦੇ ਲਈ ਬਹੁਤ ਵੱਡੇ ਰੁਜ਼ਗਾਰ ਦਾ ਇਹ ਸਾਧਨ ਨੇ। ਅਤੇ ਇਸ ਤੋਂ ਇਲਾਵਾ ਸਮੁੰਦਰਾਂ ਦੇ ਤੱਟਾਂ ਦੇ ਉੱਪਰੋਂ, ਕੋਸਟ ਲਾਈਨ ਦੇ ਉੱਪਰੋਂ ਪੈਟਰੋਲੀਅਮ ਪਦਾਰਥ ਵੀ ਕੱਢੇ ਜਾਂਦੇ ਨੇ, ਜੋ ਅੱਜ ਕੱਲ੍ਹ ਸਾਡੀ ਅਰਥ ਵਿਵਸਥਾ ਦੀ ਇੱਕ ਲਾਈਫ ਲਾਈਨ ਬਣੇ ਹੋਏ ਨੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਖਣਿਜ ਸਾਧਨਾਂ ਦੀ, ਮਿਨਰਲ ਰਿਸੋਰਸਿਸ, ਖਣਿਜ ਸਾਧਨ ਧਰਤੀ ਦੇ ਵਿੱਚੋਂ ਕੱਢੇ ਜਾਂਦੇ ਨੇ। ਖਣਿਜ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇਅ ਕਰਦੇ ਨੇ ਸਾਡੀ ਇਕੋਨਮੀ ਦੇ ਵਿੱਚ, ਕਿਉਂਕਿ ਫੈਕਟਰੀਆਂ ਦੇ ਵਿੱਚ ਜ਼ਿਆਦਾਤਰ ਖਣਿਜ ਪਦਾਰਥਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਲੋਹਾ ਹੋ ਗਿਆ, ਕੋਲਾ ਹੋ ਗਿਆ, ਠੀਕ ਹੈ ਜੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਖਣਿਜ ਪਦਾਰਥ ਨੇਗੇ, ਇਹਨਾਂ ਨੂੰ ਅਸੀਂ ਮੇਨਲੀ ਦੋ ਕਿਸਮਾਂ ਦੇ ਵਿੱਚ ਵੰਡਦੇ ਹਾਂ ਜੀ, ਧਾਤੂ ਅਤੇ ਅਧਾਤੂ, ਮੈਟਲ ਅਤੇ ਨੋਨ ਮੈਟਲ। ਮੈਟਲ ਉਹ ਹੁੰਦੇ ਨੇ ਜਾਂ ਧਾਤੂ ਖਣਿਜ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਧਾਤ ਜਾਂ ਮੈਟਲ ਪਾਈ ਜਾਂਦੀ ਹੈ, ਅਤੇ ਅਧਾਤੂ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਧਾਤ ਜਾਂ ਮੈਟਲ ਨਹੀਂ ਪਾਈ ਜਾਂਦੀ। ਅਤੇ ਧਾਤੂ ਨੇ ਜਿਹੜੇ ਮੈਟਲ ਨੇ ਉਹਨਾਂ ਨੂੰ ਵੀ ਅਸੀਂ ਅੱਗੇ ਦੋ ਪ੍ਰਕਾਰ ਦੇ ਵਿੱਚ ਵੰਡਦੇ ਹਾਂ ਜੀ, ਲੋਹ ਅਤੇ ਅਲੋਹ, ਫੈਰਸ ਅਤੇ ਨਾਨ ਫੈਰਸ। ਲੋਹ ਧਾਤੂ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੋਹੇ ਦਾ ਕੁਝ ਅੰਸ਼ ਪਾਇਆ ਜਾਂਦਾ ਹੈਗਾ, ਅਤੇ ਅਲੋਹ ਧਾਤੂ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੋਹੇ ਦਾ ਥੋੜ੍ਹਾ ਜਿਹਾ ਵੀ ਅੰਸ਼ ਨਹੀਂ ਪਾਇਆ ਜਾਂਦਾ। ਅਤੇ ਅਸੀਂ ਖਣਿਜਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਸਿੱਧੇ ਤੌਰ 'ਤੇ ਅਸੀਂ ਵਰਤ ਨਹੀਂ ਸਕਦੇ ਹੈਗੇ। ਜਿਵੇਂ ਮੈਂ ਕਿ ਧਰਤੀ ਦੇ ਵਿੱਚੋਂ ਕੱਢਿਆ ਤਾਂ ਉਸ ਨੂੰ ਅਸੀਂ ਗੱਲ ਕਰੀਏ ਕਿ ਉਵੇਂ ਹੀ ਵਰਤ ਲਈਏ, ਉਸੇ ਤਰ੍ਹਾਂ ਨਹੀਂ ਵਰਤਿਆ ਜਾ ਸਕਦਾ। ਇਹਨਾਂ ਨੂੰ ਪਹਿਲਾਂ ਫੈਕਟਰੀਆਂ ਦੇ ਵਿੱਚ ਲਿਜਾਇਆ ਜਾਂਦਾ ਅਤੇ ਉੱਥੇ ਇਹਨਾਂ ਨੂੰ ਸਾਫ਼ ਕੀਤਾ ਜਾਂਦਾ ਅਤੇ ਬਾਅਦ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਸਾਡੇ ਉਦਯੋਗਾਂ ਦਾ ਆਧਾਰ ਨੇ ਜਿਹੜੇ ਉਹ ਮੰਨੇ ਜਾਂਦੇ ਨੇ ਖਣਿਜ ਪਦਾਰਥ। ਹੁਣ ਅਸੀਂ ਗੱਲ ਕਰਦੇ ਹਾਂ ਜੀ ਮਨੁੱਖੀ ਸਾਧਨਾਂ ਦੀ, ਹਿਊਮਨ ਰਿਸੋਰਸ। ਹਿਊਮਨ ਰਿਸੋਰਸ ਹੈ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਰਿਸੋਰਸ ਹੈ ਸਾਰੇ ਰਿਸੋਰਸਿਸ ਦੇ ਵਿੱਚੋਂ, ਕਿਉਂਕਿ ਮਨੁੱਖ ਆਪਣੇ ਆਪ ਦੇ ਵਿੱਚ ਵੀ ਇੱਕ ਸਾਧਨ ਹੈ। ਜੇ ਮਨੁੱਖ ਆਪ ਵਿਕਸਿਤ ਹੋਏਗਾ ਤਾਂ ਹੀ ਉਹ ਦੂਸਰੇ ਸਾਧਨਾਂ ਦਾ ਵਿਕਾਸ ਹੈ ਜਿਹੜਾ ਉਹ ਕਰ ਸਕੇਗਾ, ਕਿਉਂਕਿ ਪਰਮਾਤਮਾ ਨੇ ਸਾਨੂੰ ਸੋਚਣ ਦੀ ਜਿਹੜੀ ਸ਼ਕਤੀ ਦਿੱਤੀ ਹੈ, ਸਾਨੂੰ ਬੁੱਧੀ ਦਿੱਤੀ ਹੈ, ਜਿਸ ਦੇ ਨਾਲ ਅਸੀਂ ਅਲੱਗ-ਅਲੱਗ ਸਾਧਨਾਂ ਨੂੰ ਆਪਣੀ ਜ਼ਰੂਰਤ ਦੇ ਅਨੁਸਾਰ ਵਰਤ ਸਕਦੇ ਹੈਗੇ। ਮਨੁੱਖ ਦੇ ਵਿੱਚ ਕੀ ਹੈ, ਲੀਡਰਸ਼ਿਪ ਕੁਆਲਿਟੀ ਹੈਗੀ ਹੈ ਜੀ, ਉਹ
ਵਧੀਆ ਪਰਫਾਰਮੈਂਸ ਕਰ ਸਕਦਾ ਆਪਣੇ ਦਿਮਾਗ ਨਾਲ, ਆਪਣੇ ਸਰੀਰ ਨਾਲ। ਉਹਦੇ ਵਿੱਚ ਬਹੁਤ ਸਾਰੀਆਂ ਸਕਿੱਲਸ ਹੁੰਦੀਆਂ ਨੇ ਗੀਆਂ, ਉਹ ਟ੍ਰੇਨਿੰਗ ਲੈ ਸਕਦਾ ਕਿਸੇ ਚੀਜ਼ ਦੀ, ਕਿਸੇ ਚੀਜ਼ 'ਤੇ ਰਿਸਰਚ ਕਰ ਸਕਦਾ। ਤਾਂ ਕੁਦਰਤ ਦੁਆਰਾ ਪੈਦਾ ਕੀਤੇ ਗਏ ਜਿੰਨੇ ਵੀ ਸਾਧਨ ਨੇ ਉਹਨਾਂ ਨੂੰ ਵਰਤਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਮਨੁੱਖ ਦੀ ਹੈ, ਅਤੇ ਮਨੁੱਖ ਆਪਣੀ ਸ਼ਕਤੀ ਦੇ, ਆਪਣੇ ਜਿਹੜੀ ਕਾਬਲੀਅਤ ਦਾ ਉਸ ਦੇ ਅਨੁਸਾਰ ਉਹ ਦੂਸਰੇ ਸਾਧਨਾਂ ਦਾ ਉਪਯੋਗ ਕਰ ਪਾਉਂਦਾ ਹੈਗਾ। ਇਸੇ ਲਈ ਮਨੁੱਖ ਨੂੰ ਜਿਹੜੇ ਕੁਦਰਤ ਦੁਆਰਾ ਪੈਦਾ ਕੀਤੇ ਗਏ ਸਾਰੇ ਹੀ ਸਾਧਨਾਂ ਦੇ ਵਿੱਚੋਂ ਸਰਵੋਤਮ ਸਾਧਨ ਮੰਨਿਆ ਗਿਆ ਹੈਗਾ, ਜਾਂ ਸਰਵੋਤਮ ਪ੍ਰਾਣੀ ਮੰਨਿਆ ਗਿਆ ਹੈਗਾ, ਕਿਉਂਕਿ ਮਨੁੱਖ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਾਧਨ ਹੈ, ਜਿਸ ਦੀ ਐਗਜ਼ਾਮਪਲ ਅਸੀਂ ਜਾਪਾਨ ਤੋਂ ਦੇਖ ਸਕਦੇ ਹਾਂ। ਕਿਉਂਕਿ ਜਾਪਾਨ ਇੱਕ ਇਸ ਤਰ੍ਹਾਂ ਦਾ ਦੇਸ਼ ਹੈ ਜਿੱਥੇ ਕੁਦਰਤੀ ਸਾਧਨਾਂ ਦੀ ਬਹੁਤ ਅਣਹੋਂਦ ਪਾਈ ਜਾਂਦੀ ਹੈ, ਪਰ ਫਿਰ ਵੀ ਉਸ ਦੇਸ਼ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਉਸ ਤਰੱਕੀ ਦਾ ਸਿਹਰਾ ਉੱਥੋਂ ਦੀ ਮਨੁੱਖੀ ਸ਼ਕਤੀ ਦੇ ਸਿਰ ਹੈ, ਕਿਉਂਕਿ ਉੱਥੋਂ ਦੇ ਜਿਹੜੇ ਇਨਸਾਨ ਨੇ ਉਹ ਬਹੁਤ ਹੀ ਮਿਹਨਤੀ, ਬੌਧਿਕ ਸ਼ਕਤੀ ਵਾਲੇ ਲੋਕ ਨੇ, ਅਤੇ ਉਹਨਾਂ ਨੇ ਸਾਧਨਾਂ ਦੀ ਅਣਹੋਂਦ ਹੁੰਦੇ ਹੋਏ ਵੀ ਆਪਣੇ ਦੇਸ਼ ਨੂੰ ਟੈਕਨੋਲੋਜੀ ਦੇ ਨਾਲ ਇੰਨਾ ਅੱਗੇ ਲਿਆਂਦਾ ਹੈਗਾ ਕਿ ਉਹ ਅੱਜ ਸੰਸਾਰ ਦੇ ਵਿਕਸਿਤ ਦੇਸ਼ਾਂ ਦੇ ਵਿੱਚ ਉਸ ਦਾ ਨਾਮ ਲਿਆ ਜਾਂਦਾ ਹੈ। ਹੁਣ ਅਸੀਂ ਗੱਲ ਇਹ ਤਾਂ ਕਰ ਲਈ ਜੀ ਕਿ ਸਾਧਨ ਕੀ ਹੁੰਦੇ ਨੇ, ਇਹਨਾਂ ਨੂੰ ਕਿਹੜੀਆਂ ਕਿਹੜੀਆਂ ਭਾਗਾਂ ਦੇ ਵਿੱਚ ਵੰਡਿਆ ਜਾਂਦਾ, ਇਹਨਾਂ ਤੋਂ ਅਸੀਂ ਕੀ ਕੀ ਉਪਯੋਗ ਲੈਂਦੇ ਹੈਗੇ, ਕਿਹੜੇ ਕਿਹੜੇ ਸਾਡੇ ਕੰਮ ਆਉਂਦੇ ਨੇ। ਪਰ ਸਭ ਤੋਂ ਵੱਡਾ ਜਿਹੜਾ ਸਾਡੀ ਜ਼ਿੰਮੇਵਾਰੀ ਹੈ ਉਹ ਇਹ ਵੀ ਬਣਦੀ ਹੈ ਕਿ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਸਾਧਨਾਂ ਦੀ ਸਾਂਭ ਸੰਭਾਲ ਵੀ ਕਰੀਏ। ਜੇ ਅਸੀਂ ਇਸੇ ਤਰ੍ਹਾਂ ਬਿਨਾਂ ਸੋਚੇ ਸਮਝੇ ਲਾਪਰਵਾਹੀ ਨਾਲ ਸਾਧਨਾਂ ਨੂੰ ਵਰਤਦੇ ਜਾਵਾਂਗੇ ਤਾਂ ਇੱਕ ਦਿਨ ਐਸਾ ਆਏਗਾ ਕਿ ਸਾਰੇ ਸਾਧਨ ਨੇ ਜਿਹੜੇ ਸਾਡੀ ਪਹੁੰਚ ਤੋਂ ਦੂਰ ਹੋ ਜਾਣਗੇ, ਭਾਵ ਖਤਮ ਹੋ ਜਾਣਗੇ। ਤਾਂ ਮਨੁੱਖ ਨੂੰ ਸਾਧਨਾਂ ਦੀ ਸਾਂਭ ਸੰਭਾਲ ਦੇ ਲਈ ਇਸ ਤਰ੍ਹਾਂ ਉਹਨਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਕਿ ਉਹਨਾਂ ਨਾਲ ਸਾਡੀਆਂ ਜ਼ਰੂਰਤਾਂ ਤਾਂ ਜਿਹੜੀਆਂ ਪੂਰੀਆਂ ਹੋ ਹੀ ਜਾਣ, ਪਰ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਬਚੇ ਰਹਿਣ, ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸਾਨੂੰ ਇੱਕ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਕਿ ਸਾਡੀ ਜਿਹੜੀ ਕੁਦਰਤ ਹੈ ਉਸ ਨੂੰ ਬਚਾਉਣਾ ਪਵੇਗਾ। ਅਤੇ ਮਨੁੱਖ ਨੂੰ ਚਾਹੀਦਾ ਕਿ ਇਹਨਾਂ ਪਦਾਰਥਾਂ ਨੂੰ ਬਿਨਾਂ ਸੋਚੇ ਸਮਝੇ ਨਾ ਵਰਤੇ, ਉਹਨਾਂ ਨੂੰ ਬਹੁਤ ਹੀ ਸੋਚ ਸਮਝ ਕੇ ਵਰਤੇ, ਉਹਨਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਆਪਣੇ ਸਿਰ ਲਵੇ ਅਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਵਰਤੇ ਕਿ ਉਹ ਜਲਦੀ ਖਤਮ ਨਾ ਹੋਣ।